ਚਾਰ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰਮੁਖੋ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ, ਬਾਣੀ ਸੁਣਨ ਪੜ੍ਹਨ ਦਾ ਸੁਭਾਗਾ ਸਮਾਂ, ਗੁਰੂ ਘਰ ਦੀ ਸੇਵਾ ਸੰਗਤ ਦੇ ਦਰਸ਼ਨ ਦਿਦਾਰੇ, ਇਹੀ ਵੱਡੇ ਭਾਗ ਹਨ। ਇਸ ਤੋਂ ਵੱਡੇ ਭਾਗ ਹੋਰ ਕੀ ਲੋਚਦੇ ਹਾਂ। ਇਹੀ ਸਭ ਤੋਂ ਵੱਡੇ ਭਾਗ ਹਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤਖਤਾਂ ਤੇ ਬਿਰਾਜਮਾਨ ਹੋਏ। ਨਿਤਨੇਮ ਦੀਆਂ ਬਾਣੀਆਂ ਦਾ ਜਾਪ ਹੋਇਆ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੋਈ ਹੈ। ਤਰੁੱਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸ੍ਰੀ ਮੁਖਵਾਗ ਦੀ ਬਖਸ਼ਿਸ਼ ਹੋਈ। ਜੋ ਹੁਕਮ ਸਤਿਗੁਰੂ ਦੀ ਝੋਲੀ 'ਚ ਪਾਉਂਦੇ ਹਨ। ਸੋਰਠ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਅੱਜ ਦੇ ਪਾਵਨ ਹੁਕਮਨਾਮੇ ਦੇ ਅੰਦਰ ਸਮਝਾਇਆ ਕਿ ਭਲਿਓ ਢਿੱਲ ਨਾ ਕਰੋ, ਗੁਰੂ ਦੇ ਨਾਲ ਜੁੜ ਜਾਓ। ਗੁਰੂ ਦੇ ਨਾਲ ਗੁਰੂ ਪੂਰਾ ਹੋਵੇ। ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਜਾਓ। ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ। ਸਤਿਗੁਰੂ ਜੀ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਮੈਲ ਧੁੱਪ ਜਾਵੇਗੀ, ਨਿਰਮਲ ਹੋ ਜਾਵੋਗੇ। ਨਿਰਮਲ ਮੈਲ ਗੁਆਚ ਜਾਵੇਗੀ। ਭਲਿਓ ਜੋ ਕਿਰਪਾ ਸਤਿਗੁਰੂ ਜੀ ਕਰ ਰਹੇ ਹਨ, ਜੋ ਬਖਸ਼ਿਸ਼ਾਂ ਵਰਤਾ ਰਹੇ ਹਨ, ਉਸ ਕਿਰਪਾ ਦੇ ਪਾਤਰ ਬਣੀਏ। ਜਿੰਨਾ ਕੁ ਸਮਾਂ ਸਤਿਗੁਰਾਂ ਜੀ ਨੇ ਬਖਸ਼ਿਆ ਹੈ, ਸਾਰੀ ਸੰਗਤ ਇਕਾਗਰ ਚਿੱਤ ਹੋਣ ਦਾ ਯਤਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਧਰਨ ਗਗਨ ਨਵ ਖੰਡ ਮਹਿ ਜੋਤ, ਸਭ ਰੂਪੀ ਰਹਿਓ ਭਰ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਥੇ, ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਨਿਮਰਤਾ ਦੇ ਪੁੰਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਅਬਿਨਾਸੀ ਸ਼ਬਦ ਤੋਂ ਭਾਵ ਸਤ ਸੰਗਤ ਜੀ, ਜੋ ਨਾਸ਼ ਨਾ ਹੋਵੇ, ਜੋ ਸਦੀਵੀ ਹੋਵੇ, ਜਿਹਦਾ ਅੰਤ ਨਹੀਂ ਹੈ, ਤੇ ਉਹ ਹੈ ਅਕਾਲ ਪੁਰਖ ਪਰਮਾਤਮਾ। ਉਹ ਹੈ ਆਪ ਵਾਹਿਗੁਰੂ, ਜੋ ਨਾਸ਼ ਤੋਂ ਰਹਿਤ ਹੈ, ਜੋ ਸਦੀਵੀ ਹੈ, ਜਿਸ ਦੇ ਪਰਥਾਏ ਸਤ ਸੰਗਤ ਜੀ ਪੜ੍ਹਦੇ ਹਾਂ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਉਹ ਸ਼ੁਰੂ ਤੋਂ ਹੈ, ਉਹ ਸਦੀਵੀ ਹੈ। ਜੁਗਾਦ ਅਜੇ ਯੁੱਗ ਨਹੀਂ ਸਨ ਬਣੇ ਸਤ ਸੰਗਤ ਜੀ, ਅਜੇ ਖੰਡ ਬ੍ਰਹਿਮੰਡ ਹੋਂਦ ਦੇ ਵਿੱਚ ਨਹੀਂ ਆਏ। ਉਹ ਤਾਂ ਉਦੋਂ ਵੀ ਸੀ, ਉਹ ਤਾਂ ਉਦੋਂ ਵੀ ਸੀ ਸਤ ਸੰਗਤ ਜੀ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਉਹ ਤੇ ਹੁਣ ਵੀ ਹੈ, ਉਹ ਤੇ ਹੁਣ ਵੀ ਹੈ। ਨਾਨਕ ਹੋਸੀ ਭੀ ਸੱਚ, ਉਹ ਹੁਣ ਵੀ ਹੈ, ਅੱਗੇ ਵੀ ਹੋਵੇਗਾ, ਤੇ ਹੁਣ ਵੀ ਸਦਾ ਹੀ ਸੱਚ ਹੈ ਭਾਈ, ਸਦਾ ਹੀ ਸੱਚ ਹੈ। ਆ ਜੋ ਸਮਾਂ ਚੱਲ ਰਿਹਾ, ਇਸ ਸਮੇਂ ਦੇ ਵਿੱਚ ਵੀ ਹੈ, ਜੋ ਸਮਾਂ ਆਉਣ ਵਾਲਾ ਹੈ ਉਸ ਸਮੇਂ ਦੇ ਵਿੱਚ ਵੀ ਹੋਵੇਗਾ। ਉਹ ਤੇ ਸਦੀਵੀ ਹੈ ਅਕਾਲ ਪੁਰਖ ਪਰਮਾਤਮਾ।
ਉਹ ਸਦਾ ਥਿਰ ਰਹਿਣ ਵਾਲਾ ਹੈ, ਸਦਾ ਥਿਰ ਰਹਿਣ ਵਾਲਾ ਹੈ। ਤਾਂ ਹੀ ਤਾਂ ਅਬਿਨਾਸੀ ਕਿਹਾ ਹੈ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਤੇ ਅਬਿਨਾਸੀ ਜੀਵਨ ਕੋ ਦਾਤਾ, ਜੀਵਨ ਬਹੁ ਵਚਨ ਹੈ, ਸਾਰਿਆਂ ਨੂੰ ਦਾਤਾ ਦਿੰਦਾ ਜੇ, ਸਾਰਿਆਂ ਨੂੰ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਜੀਵਨ ਕੋ ਦਾਤਾ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ। ਕਿਉਂ ਨਹੀਂ ਤੋਟ ਆਉਂਦੀ ਭਾਈ? ਕਿਉਂ ਨਹੀਂ ਉਹਦੇ ਭੰਡਾਰੇ ਮੁੱਕਦੇ? ਅਗਣਤ ਭਰੇ ਭੰਡਾਰ ਉਹਦੇ ਭਰੇ ਹੀ ਰਹਿੰਦੇ ਆ ਭੰਡਾਰੇ। ਉਹਦੇ ਭੰਡਾਰਿਆਂ 'ਚ, ਉਹਦੇ ਖਜ਼ਾਨਿਆਂ 'ਚ ਤੋਟ ਆਉਂਦੀ ਨਹੀਂ। ਜੀਵਨ ਕੋ ਦਾਤਾ, ਬਹੁ ਵਚਨ ਸਤ ਸੰਗਤ ਜੀ, ਉਹ ਕਿਸੇ ਇੱਕ ਫਿਰਕੇ ਦਾ ਨਹੀਂ, ਉਹ ਕਿਸੇ ਇੱਕ ਫਿਰਕੇ ਦਾ ਨਹੀਂ। ਉਹ ਨਹੀਂ ਕਿ ਭਾਈ ਕਿਸੇ ਇੱਕ ਦੀ ਝੋਲੀ ਭਰਦਾ ਹੈ, ਜਾਂ ਕਹਿ ਲਓ ਕਿ ਇਕੱਲੇ ਸਿੱਖਾਂ ਨੂੰ ਹੀ ਦਿੰਦਾ। ਨਹੀਂ ਭਾਈ, ਉਹ ਜੀਵਨ ਕੋ ਦਾਤਾ ਹੈ, ਸਾਰਿਆਂ ਨੂੰ ਦੇ ਰਿਹਾ ਹੈ। ਸਾਰੇ ਉਹਦੇ ਪਾਸੋਂ ਮੰਗਦੇ ਹਨ, ਉਹ ਸਾਰਿਆਂ ਦਾ ਸਾਂਝਾ ਹੈ। ਅਬਿਨਾਸੀ ਜੀਵਨ ਕੋ ਦਾਤਾ। ਅਸੀਂ ਕੀ ਕਰਨਾ ਹੈ? ਸਿਮਰਤ। ਸਾਡੇ ਚਿੱਤ 'ਚ ਕੀ ਚੱਲ ਰਿਹਾ ਹੈ? ਸਤਿਗੁਰੂ ਜੀ ਕਹਿੰਦੇ ਚੱਲੇ ਕੀ? ਭਲਿਆ ਤੇਰੇ ਚਿੱਤ 'ਚ ਚੱਲੇ ਅਕਾਲ ਪੁਰਖ ਪਰਮਾਤਮਾ ਦੀ ਯਾਦ। ਤੇਰੇ ਚਿੱਤ 'ਚ ਸਿਮਰਤੀ ਬਣ ਜਾਵੇ, ਸਿਮਰਨ ਬਣ ਜਾਵੇ, ਤੇਰੀ ਯਾਦ, ਤੇਰਾ ਚਿੱਤ ਜਿਹੜਾ ਹੈ ਉਹ ਹਰ ਵੇਲੇ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਕਰਕੇ ਰੱਖੇ। ਵਾਹਿਗੁਰੂ ਗੁਰੂ ਮੰਤਰ ਦੇ ਨਾਲ ਜੋੜ, ਮੂਲ ਮੰਤਰ ਦੇ ਨਾਲ ਜੋੜ। ਜਿੱਥੇ ਵੀ ਮਨ ਜੁੜਦਾ ਜੋੜ ਲਿਆ ਕਰ ਭਲਿਆ, ਜੋੜ ਲਿਆ ਕਰ ਆਪਣੇ ਹਿਰਦੇ ਵਿੱਚ। ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਨੂੰ ਵਸਾ ਕਰਕੇ ਰੱਖ। ਇਹ ਸਿਮਰਤ ਬਣ ਜਾਂਦਾ ਹੈ। ਸਿਮਰਤ, ਇਹ ਸਿਮਰਤੀ ਬਣਦੀ ਹੈ, ਇਹ ਸਿਮਰਨ ਬਣਦਾ ਹੈ ਕਿ ਅਸੀਂ ਸੋਚ ਕੀ ਰਹੇ ਹਾਂ, ਸਾਡੇ ਵਿਚਾਰ ਕੀ ਚੱਲ ਰਹੇ ਹਨ। ਇਹ ਸਿਮਰਤ ਬਣਦੀ ਹੈ। ਸਿਮਰਤ ਸੱਚੇ ਪਾਤਸ਼ਾਹ ਆਪ ਜੀ ਨੇ ਇਹ ਕਿਰਪਾ ਕਿਉਂ ਕੀਤੀ? ਕਿਉਂ ਕਿਹਾ ਕਿ ਭਲਿਆ ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ? ਸਤਿਗੁਰੂ ਜੀ ਕਹਿੰਦੇ ਸਿਮਰਤ ਸਭ ਮਲ ਖੋਈ। ਜਦੋਂ ਸਿਮਰਨ ਕਰੋਗੇ ਨਾ, ਜਦੋਂ ਰੱਬ ਦੀ ਯਾਦ ਤੁਹਾਡੇ ਹਿਰਦੇ 'ਚ ਵਸ ਜਾਵੇਗੀ, ਹਿਰਦੇ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਬਾਣੀ ਦੀਆਂ ਪੰਕਤੀਆਂ, ਬਾਣੀ ਦਾ ਉਪਦੇਸ਼, ਗੁਰਬਾਣੀ ਦੀ ਸਿੱਖਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਜਦੋਂ ਸਾਡੇ ਹਿਰਦੇ 'ਚ ਵਸ ਗਈ, ਸਭ ਮਲ ਖੋਈ। ਉਦੋਂ ਸਾਡੀ ਮੈਲ ਗਵਾਚ ਜਾਵੇਗੀ। ਸਾਨੂੰ ਤਾਂ ਲੱਗੀ ਨਹੀਂ। ਅਸੀਂ ਤਾਂ ਭਾਈ ਬੜੇ ਸਾਫ ਸੁਥਰੇ ਹਾਂ, ਸਾਨੂੰ ਕਿਹੜੀ ਮੈਲ ਲੱਗੀ? ਸਤਿਗੁਰੂ ਜੀ ਨੂੰ ਸਭ ਪਤਾ ਹੈ ਭਾਈ। ਸਤਿਗੁਰੂ ਜੀ ਤੋਂ ਨਹੀਂ ਕੁਝ ਛੁਪਾਇਆ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਪੁੱਛਣਗੇ, ਭਲਿਆ ਇਹਨਾਂ ਨੇਤਰਾਂ ਦੇ ਨਾਲ ਜਦੋਂ ਕਿਸੇ ਦਾ ਰੂਪ ਤੱਕਦਾ ਹੈ, ਕੀ ਤੈਨੂੰ ਸਾਹਮਣੇ ਖਲੋਤੀ ਤੇਰੀ ਮਾਂ ਦਿਸਦੀ ਆ? ਇਹਨਾਂ ਨੇਤਰਾਂ ਦੇ ਨਾਲ ਜਦੋਂ ਕਿਸੇ ਦਾ ਰੂਪ ਤੱਕਦਾ ਹੈ, ਕਿ ਸਾਹਮਣੇ ਖਲੋਤੀ ਤੈਨੂੰ ਤੇਰੀ ਭੈਣ ਦਿਸਦੀ ਆ? ਇਹਨਾਂ ਨੇਤਰਾਂ ਦੇ ਨਾਲ ਜਦੋਂ ਕਿਸੇ ਦਾ ਰੂਪ ਤੱਕਦਾ ਹੈ, ਸਾਹਮਣੇ ਖਲੋਤੀ ਤੈਨੂੰ ਤੇਰੀ ਧੀ ਦਿਸਦੀ ਆ? ਨਹੀਂ ਸੱਚੇ ਪਾਤਸ਼ਾਹ, ਏਦਾਂ ਤੇ ਨਹੀਂ ਹੁੰਦਾ। ਤੇ ਜੇ ਨਹੀਂ ਹੁੰਦਾ ਤੇ ਫਿਰ ਮੈਲ ਲੱਗੀ, ਫਿਰ ਮੈਲ ਲੱਗੀ ਭਲਿਆ। ਫਿਰ ਇਹ ਨਾ ਕਹੀਂ ਕਿ ਮੈਂ ਨਿਰਮਲ ਹਾਂ। ਫਿਰ ਮੈਲ ਲੱਗੀ, ਤਗੜਾ ਹੋ ਕੇ ਸਿਮਰਨ ਕਰ, ਤਗੜਾ ਹੋ ਕੇ ਉਦਮ ਕਰਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਤੇਰੀ ਮੈਲ ਧੁੱਪ ਜਾਵੇ। ਜਦੋਂ ਕਿਸੇ ਦੇ ਕੋਲ ਕੋਈ ਧਨ, ਕੋਈ ਮਾਇਆ ਪਦਾਰਥ, ਕੋਈ ਸੁੱਖ ਸਹੂਲਤਾਂ ਜ਼ਿਆਦੀਆਂ ਵੇਖਦਾ ਹੈ, ਰੱਬ ਨੂੰ ਲਾਮਾ ਦੇਣਾ ਕਿ ਰੱਬਾ ਮੈਨੂੰ ਕਿਉਂ ਨਹੀਂ ਦਿੱਤਾ, ਇਹਨੂੰ ਕਿਉਂ ਦਿੱਤਾ ਹੀ, ਮੈਨੂੰ ਦੇ, ਮੇਰੀਆਂ ਝੋਲੀਆਂ ਭਰ। ਇਹਨੇ ਤੇਰਾ ਕੀ ਸਵਾਰਿਆ ਤੇ ਮੈਂ ਕੀ ਵਿਗਾੜਿਆ, ਮੈਨੂੰ ਕਿਉਂ ਨਹੀਂ ਦਿੰਦਾ? ਸੋਚਿਆ ਹੀ ਏਦਾਂ? ਸੋਚ ਲਈਦਾ ਸਤਿਗੁਰੂ ਜੀ। ਏਦਾਂ ਦੀ ਵਿਚਾਰਧਾਰਾ ਮਨ 'ਚ ਬਣ ਜਾਂਦੀ ਆ। ਸਤਿਗੁਰੂ ਜੀ ਕਹਿੰਦੇ ਫਿਰ ਅਜੇ ਨਿਰਮਲ ਨਹੀਂ ਹੋਇਆ,
ਅਜੇ ਤੇਰੀ ਮੈਲ ਨਹੀਂ ਧੁੱਪੀ। ਤਕੜਾ ਹੋ ਕੇ ਸਿਮਰਨ ਕਰ, ਤਕੜਾ ਹੋ ਕੇ ਸਿਮਰਨ ਕਰਿਆ ਕਰ। ਕਿਉਂ? ਸਿਮਰਤ ਸਭ ਮਲ ਖੋਈ, ਸਾਰੀ ਮੈਲ ਦੂਰ ਹੋ ਜਾਵੇਗੀ। ਅਜੇ ਈਰਖਾ ਕਰਨੀ ਛੱਡੀ ਨਹੀਂ? ਨਹੀਂ ਸਤਿਗੁਰੂ ਜੀ ਅਜੇ ਨਹੀਂ ਛੱਡੀ। ਤੇ ਫਿਰ ਕਿੱਦਾਂ ਕਹਿਣਾ ਕਿ ਮੈਂ ਨਿਰਮਲ ਹੋ ਗਿਆ? ਅਜੇ ਨਿੰਦਾ ਚੁਗਲੀ ਨਹੀਂ ਛੱਡੀ? ਨਹੀਂ ਸਤਿਗੁਰੂ ਜੀ ਛੁੱਟਦੀ ਨਹੀਂ। ਤੇ ਫਿਰ ਕਿੱਦਾਂ ਕਹਿਣਾ ਮੈਂ ਨਿਰਮਲ ਹੋ ਗਿਆ? ਭਾਈ ਨਿਰਮਲ ਨਹੀਂ ਹੋਇਆ। ਸਤਿਗੁਰੂ ਜੀ ਸਭ ਜਾਣਦੇ ਹਨ, ਘਟ ਘਟ ਕੇ ਅੰਤਰ ਕੀ ਦਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਇਸ ਕਰਕੇ ਤੂੰ ਤਕੜਾ ਹੋ ਕੇ ਸਿਮਰਨ ਕਰ, ਨਾਮ ਜਪਿਆ ਕਰ। ਜਦੋਂ ਸਿਮਰਨ ਕਰੇਗਾ ਬਾਣੀ ਤੇਰੇ ਹਿਰਦੇ 'ਚ ਵਸੇਗੀ। ਤੇ ਫਿਰ ਭਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਰੋਜ਼ ਸਮਝਾਉਂਦੇ ਹਨ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ, ਨਾਵੇਂ ਕੇ ਰੰਗ ਢਿੱਲ ਨਾ ਕਰੀ, ਸਿਮਰਤ ਸਭ ਮਲ ਖੋਈ। ਸਿਮਰਨ ਕਰਿਆ ਕਰ ਭਲਿਆ, ਨਾਮ ਜਪਿਆ ਕਰ, ਤੇਰੀ ਮੈਲ ਗਵਾਚ ਜਾਵੇਗੀ, ਤੂੰ ਨਿਰਮਲ ਹੋ ਜਾਵੇਂਗਾ। ਸਿਮਰਨ ਕਰ ਗੁਣ ਨਿਧਾਨ, ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਵੱਡੇ ਭਾਗ ਵੱਡੇ ਕਿਉਂ? ਕਿਉਂਕਿ ਜਿਸ ਗੁਰੂ ਦੇ ਨਾਲ ਜੁੜੇ ਹਾਂ ਉਹ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ। ਕਿਸੇ ਕੋਲ ਇੱਕ ਗੁਣ, ਕਿਸੇ ਕੋਲ ਦੋ, ਕਿਸੇ ਕੋਲ ਚਾਰ, ਗਿਣਤੀ ਮਿਣਤੀ ਦੇ ਹੋ ਸਕਦੇ ਹਨ। ਕੋਈ ਸਾਡੇ ਵਰਗਾ ਜਿਹਦੇ ਕੋਲ ਹੈ ਹੀ ਕੋਈ ਨਹੀਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਸੱਚੇ ਪਾਤਸ਼ਾਹ ਕਰ ਕਿਰਪਾ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਸੱਚੇ ਪਾਤਸ਼ਾਹ ਕਰ ਕਿਰਪਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਸੱਚੇ ਪਾਤਸ਼ਾਹ ਕਰ ਕਿਰਪਾ। ਸਾਡੇ ਚ ਤੇ ਹੈ ਹੀ ਕੋਈ ਨਹੀਂ, ਪਰ ਗੁਰੂ ਦੇ ਵਿੱਚ ਬਹੁਤ ਗੁਣ ਹਨ, ਗਿਣੇ ਨਹੀਂ ਜਾ ਸਕਦੇ। ਉਹ ਗੁਣਾਂ ਦਾ ਖਜ਼ਾਨਾ ਹੈ। ਗੁਣ ਨਿਧਾਨ, ਨਿਧਾਨ ਨਾਮ ਖਜ਼ਾਨੇ ਦਾ ਹੁੰਦਾ ਹੈ। ਭਗਤਨ ਕੋ ਬਰਤਨ, ਇਹ ਕਿਹਨਾਂ ਦੇ ਲਈ ਹੈ? ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਦੇ ਹਾਂ, ਬਾਣੀ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਦਰਸ਼ਨਦਾਰੇ ਕਰਦੇ ਹਾਂ। ਗੁਰੂ ਦੀ ਵਡਿਆਈ, ਗੁਰੂ ਦੀ ਸੋਭਾ, ਗੁਰੂ ਦੇ ਗੁਣ ਸੁਣਨ ਦਾ ਸੁਭਾਗਾ ਸਮਾਂ ਮਿਲਦਾ ਹੈ। ਕਿਹਨਾਂ ਦੇ ਲਈ ਹੈ? ਕਿਹਨਾਂ ਦੇ ਲਈ ਭਾਈ? ਇਹ ਸਾਡੇ ਲਈ ਜੇ। ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਵਰਤਿਆ ਕਰੋ। ਗੁਣ ਨਿਧਾਨ ਭਗਤਨ ਕੋ ਬਰਤਨ, ਇਹਨਾਂ ਨੂੰ ਵਰਤਿਆ ਕਰੋ। ਸਤ ਸੰਗਤ ਜੀ, ਆਪਾਂ ਸਤਿਗੁਰਾਂ ਜੀ ਦੇ ਗੁਣ, ਸਤਿਗੁਰਾਂ ਜੀ ਦੇ ਗੁਣ ਹਰ ਰੋਜ਼ ਵਾਚਦੇ ਹਾਂ। ਜਿੰਨੀ ਕੁ ਮਤ, ਜਿੰਨੀ ਕੁ ਸਤਿਗੁਰਾਂ ਜੀ ਨੇ ਬੁੱਧੀ ਬਖਸ਼ੀ, ਉਸ ਬੁੱਧੀ ਦੇ ਅਨੁਸਾਰ ਸਤਿਗੁਰਾਂ ਜੀ ਦੇ ਗੁਣਾਂ ਨੂੰ ਵਾਚਦੇ ਹਾਂ। ਮੰਨ ਲਓ ਕਿ ਜਿਵੇਂ ਅੱਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤੇ ਆਰੰਭਤਾ ਤੋਂ ਪਹਿਲਾਂ ਆਪਾਂ ਭਾਈ ਜਿੰਨੇ ਕੁ ਜੋਗੇ ਹਾਂ ਵਡਿਆਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਪੁੰਜ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਦੇ ਬੋਹਤੇ ਹਨ, ਬੋਹਤੇ। ਇਹ ਗੁਣ ਹਨ ਸਤਿਗੁਰਾਂ ਦੇ। ਕਿਉਂ ਵਾਰ-ਵਾਰ ਯਾਦ ਕਰਦੇ ਹਾਂ? ਕਿਉਂਕਿ ਗੁਣ ਨਿਧਾਨ ਭਗਤਨ ਕੋ ਬਰਤਨ, ਵਿਰਲਾ ਪਾਵੇ ਕੋਈ। ਇਹ ਬਿਰਲਾ ਹੈ ਜਿਹੜਾ ਪਾਉਂਦਾ ਭੈਓ ਸਾਂਝ ਗੁਣਾਂ ਦੇ ਨਾਲ। ਇਹ ਗੁਰੂ ਦੇ ਗੁਣ ਜਦੋਂ ਸੁਣਦੇ ਹਾਂ, ਕੋਸ਼ਿਸ਼ ਕਰਿਆ ਕਰੋ ਸਾਡੇ 'ਚ ਵੀ ਆ ਜਾਣ। ਇੱਕ ਹੀ ਗੁਣ ਲੈ ਲਓ ਭਾਈ, ਨਿਮਰਤਾ ਦਾ। ਨਿਮਰਤਾ ਦਾ ਗੁਣ ਲੈ ਲਓ। ਜਦੋਂ ਇਤਿਹਾਸ ਪੜ੍ਹਦੇ ਆ ਨਾ ਸਤ ਸੰਗਤ ਜੀ, ਸਤਿਗੁਰਾਂ ਜੀ ਦਾ ਇਤਿਹਾਸ ਪੜ੍ਹਿਆ ਕਰੀਏ। ਗੁਰਮੁਖੋ, ਪ੍ਰਿਥੀ ਦੀ ਘਰ ਵਾਲੀ ਕਰਮੋ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਭਰਜਾਈ ਕੋਠੇ ਤੇ ਫੇਰਦੀ ਹੈ ਝਾੜੂ ਛੱਤ ਦੇ ਉੱਤੇ। ਛੱਤ ਤੇ ਝਾੜੂ ਮਾਰਦੀ ਹੈ
ਤੇ ਜਦੋਂ ਸੁਆਣੀਆਂ ਝਾੜੂ ਮਾਰਦੀਆਂ ਸਤ ਸੰਗਤ ਜੀ, ਆਪ ਜੀ ਨੂੰ ਪਤਾ ਹੋਵੇਗਾ ਕਿ ਝਾੜੂ ਦੇ ਨਾਲ ਉਹ ਕੂੜਾ ਕਰਕਟ ਹੁੰਦਾ ਜਿਹੜਾ ਇਕੱਠਾ ਹੁੰਦਾ ਹੈ, ਉਹ ਇਕੱਠਾ ਕਰਕੇ ਇੱਕ ਜਗ੍ਹਾ ਤੋਂ ਫਿਰ ਭਾਈ ਜਿੱਥੋਂ ਝਾੜੂ ਮਾਰਿਆ ਹੁੰਦਾ ਦੂਸਰੀ ਜਗ੍ਹਾ ਤੇ ਪਹੁੰਚਾਉਣਾ ਹੁੰਦਾ ਹੈ। ਸੋ ਸਤ ਸੰਗਤ ਜੀ, ਜਦੋਂ ਦੇਖਿਆ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆ ਰਹੇ ਹਨ, ਇਸ ਕਰਮੋਂ ਦਾ ਧਿਆਨ ਪਿਆ। ਗੁਰਮੁਖੋ, ਦ੍ਰਿਸ਼ਟੀ ਵੀ ਜਿਹੜੀ ਸ਼ੁਭ ਹੋਵੇ, ਜਿਹੜੀ ਦ੍ਰਿਸ਼ਟੀ ਹੈ ਨਾ ਸਾਡੀ, ਇਹ ਸ਼ੁਭ ਹੋਣੀ ਚਾਹੀਦੀ ਹੈ। ਅਸੀਂ ਦਰਸ਼ਨ ਕਰਦੇ ਹਾਂ, ਕਿੱਦਾਂ ਕਰਦੇ ਹਾਂ, ਸਾਡੀ ਸੋਚ ਕੀ ਹੈ, ਸਾਡੀ ਸ਼ਰਧਾ ਕਿੰਨੀ ਕੁ ਹੈ, ਭਾਵਨਾ ਕਿੰਨੀ ਕੁ ਹੈ, ਗੱਲ ਇਸ ਤਰ੍ਹਾਂ ਬਣਨੀ ਹੈ। ਇਹਨੇ ਤਾਂ ਆਪਣੇ ਨੇਤਰਾਂ ਦੇ ਨਾਲ ਵੇਖਿਆ ਹੀ ਹੈ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ, ਪਰ ਦਰਸ਼ਨ ਨਹੀਂ ਕੀਤੇ। ਵੇਖਣ ਦੇ ਲਈ, ਦਰਸ਼ਨ ਦੇ ਲਈ ਸ਼ਰਧਾ ਵੱਖੋ ਵੱਖਰੀ ਹੈ। ਇਹਨੇ ਵੇਖਿਆ, ਮਨ ਦੇ ਵਿੱਚ ਵਿਕਾਰ, ਮਨ ਦੇ ਵਿੱਚ ਈਰਖਾ, ਮਨ ਦੇ ਵਿੱਚ ਜੀਉ ਤਪਤ ਹੈ ਬਾਰੋ ਬਾਰ ਵਾਲੀ ਅਵਸਥਾ, ਮਨ ਦੇ ਵਿੱਚ ਸਾੜਾ। ਸੋਚਿਆ ਕਿਉਂ ਨਾ ਇਦਾਂ ਕਰਾਂ, ਆ ਜਿਹੜਾ ਕੂੜਾ ਇਕੱਠਾ ਕੀਤਾ ਹੈ ਪਾਤਸ਼ਾਹ ਦੇ ਉੱਤੇ ਸੁੱਟ ਦੇਵਾਂ। ਆ ਜਿਹੜਾ ਕੂੜਾ ਇਕੱਠਾ ਕੀਤਾ ਹੈ ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਤੇ ਸੁੱਟ ਦੇਵਾਂ, ਕਿਉਂਕਿ ਪਾਪੀ ਕੋ ਪਾਪ ਪਿਆਰਾ। ਜਿਹੜਾ ਪਾਪੀ ਸਤ ਸੰਗਤ ਜੀ, ਉਹਨੂੰ ਪਾਪ ਹੀ ਚੰਗਾ ਲੱਗਦਾ ਹੈ। ਉਹਨੂੰ ਕੋਈ ਗੁਰਮਤ ਦੀ ਗੱਲ ਦੱਸ ਕੇ ਵੇਖ ਲਓ, ਕਹੇਗਾ ਜਾ ਭਰਾ ਤੂੰ ਆਵੇਂ ਸਿਰ ਖਾਂਦਾ ਰਹਿਣਾ ਹੈ। ਪਾਪੀ ਨੂੰ ਪਾਪ ਹੀ ਚੰਗਾ ਲੱਗਦਾ ਹੈ। ਇਹਨੇ ਸੋਚਿਆ ਜਿਹੜਾ ਕੂੜਾ ਹੈ ਸਤਿਗੁਰਾਂ ਜੀ ਦੇ ਉੱਤੇ ਸੁੱਟ ਦਈਏ। ਉੱਤੇ ਕੂੜਾ ਇਕੱਠਾ ਕੀਤਾ ਸਤ ਸੰਗਤ ਜੀ, ਸਤਿਗੁਰੂ ਜੀ ਵਿਚਰ ਰਹੇ ਹਨ, ਸਤਿਗੁਰੂ ਜੀ ਦੇ ਪਿਆਰੇ ਸਿੰਘ ਨਾਲ ਹਨ, ਗੁਰੂ ਦੇ ਪਿਆਰੇ ਨਾਲ ਹਨ। ਇਹਨੇ ਕੂੜਾ ਸੁੱਟਿਆ, ਸਤਿਗੁਰੂ ਜੀ ਚੱਲ ਰਹੇ ਸਨ, ਸਾਰਾ ਤੇ ਨਹੀਂ ਉੱਤੇ ਪਿਆ, ਪਰ ਥੋੜਾ ਜਿਹਾ ਮੋਢੇ ਤੇ ਪੈ ਕੇ ਤੇ ਚੋਲੇ ਦੀ ਜਿਹੜੀ ਇੱਕ ਬਾਂਹ ਸੀ ਨਾ ਉਹਦੇ ਤੇ ਪੈ ਗਿਆ। ਜਦੋਂ ਪਿਆ ਤੇ ਸਿੰਘ ਨਾਲ ਸਨ, ਭਾਈ ਸਿੰਘ ਗੁਰੂ ਦੀ ਬੇਅਦਬੀ ਜਰ ਨਹੀਂ ਸਕਦੇ। ਅਸਲ ਦੇ ਵਿੱਚ ਸਿੰਘ ਉਹੀ ਜੇ ਜਿਹਨੂੰ ਗੁਰੂ ਦੀ ਜਦੋਂ ਬੇਅਦਬੀ ਹੁੰਦੀ ਹੈ ਨਾ ਸਤ ਸੰਗਤ ਜੀ, ਤੇ ਉਹਨੂੰ ਭਾਈ ਮਨ ਦੇ ਵਿੱਚ ਆਉਂਦਾ ਹੈ ਕਿ ਭਾਈ ਤੇਰੇ ਸਿੰਘ ਹੋਣ ਦਾ ਕੀ ਫਾਇਦਾ ਹੈ। ਗੁਰੂ ਦਾ ਸਿੱਖ ਖਵਾਉਣਾ ਆ, ਗੁਰੂ ਦੀ ਹੋ ਰਹੀ ਬੇਅਦਬੀ ਤੇ ਤੈਨੂੰ ਦੋਖੀ ਕੋਈ ਨਹੀਂ। ਇਹਨਾਂ ਨੇ ਟੰਗੀਆਂ ਬਾਹਾਂ, ਕਹਿੰਦੇ ਸੱਚੇ ਪਾਤਸ਼ਾਹ ਦਿਓ ਆਗਿਆ, ਅੱਜ ਨਹੀਂ ਛੱਡਣਾ। ਆਗਿਆ ਦਿਓ, ਆਗਿਆ ਸਤਿਗੁਰੂ ਜੀ, ਅੱਜ ਨਹੀਂ ਛੱਡਦੇ। ਇਹਨੇ ਤੇ ਹੱਦ ਕਰ ਦਿੱਤੀ, ਆਪ ਜੀ ਦੀ ਨਿੰਦਾ, ਆਪ ਜੀ ਨੂੰ ਬੁਰੇ ਭਰੇ ਬੋਲ, ਅੱਜ ਤੇ ਹੱਦ ਹੀ ਕਰ ਦਿੱਤੀ। ਸੱਚੇ ਪਾਤਸ਼ਾਹ ਕੂੜਾ ਆਪ ਜੀ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ। ਆਗਿਆ ਦਿਓ, ਆਗਿਆ, ਇਹਨੂੰ ਸਬਕ ਸਿਖਾਈਏ। ਤੇ ਜਿਹੜਾ ਸਿੰਘ ਜ਼ਿਆਦਾ ਕਾਹਲਾ ਸੀ ਨਾ, ਸਤਿਗੁਰੂ ਜੀ ਨੇ ਉਹਦੀ ਬਾਂਹ ਫੜ ਲਈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੀ ਬਾਂਹ ਫੜ ਲਈ। ਭਲਿਆ, ਇਹਦੇ ਕੋਲ ਹੋਰ ਕੁਝ ਹੈ ਹੀ ਨਹੀਂ, ਹੈ ਹੀ ਕੂੜਾ ਹੈ। ਤੇ ਜਿਹਦੇ ਕੋਲ ਕੂੜਾ ਉਹਨੇ ਕੂੜਾ ਹੀ ਸੁੱਟਣਾ। ਸਤ ਸੰਗਤ ਜੀ ਧਿਆਨ ਦਿਓ, ਨਿਮਰਤਾ ਦੇ ਪੁੰਜ। ਅਸੀਂ ਨਿੱਕੀ ਜੀ ਗੱਲ ਤੋਂ ਭਾਈ ਪਤਾ ਨਹੀਂ ਕਿਹੜੇ ਅਸਮਾਨ ਤੇ ਜਾ ਖਲੋਂਦੇ ਹਾਂ, ਕਿੰਨਾ ਕੁ ਗੁੱਸਾ ਆ ਜਾਂਦਾ ਹੈ, ਕਿੰਨਾ ਕੁ ਹੰਕਾਰ ਆ ਜਾਂਦਾ ਹੈ, ਕਿੰਨੇ ਬੁਰੇ ਭਲੇ ਬੋਲ ਦਿੰਦੇ ਹਾਂ। ਪਰ ਜਿਸ ਗੁਰੂ ਦੇ ਸਿੱਖ ਹਾਂ ਉਹ ਤੇ ਨਿਮਰਤਾ ਦਾ ਪੁੰਜ ਜੇ। ਜਿਸ ਗੁਰੂ ਦੇ ਅਸੀਂ ਸਿੱਖ ਹਾਂ ਉਹ ਤੇ ਨਿਮਰਤਾ ਦਾ ਪੁੰਜ ਆ। ਸੱਚੇ ਪਾਤਸ਼ਾਹ ਜੀ ਦੇ ਗੁਣ ਵਰਤਿਆ ਕਰੋ ਭਾਈ, ਵਰਤਿਆ ਕਰੋ। ਵਰਤੋਗੇ ਤਾਂ ਭਾਈ ਇਹ ਜੀਵਨ ਸੁਖਾਲਾ ਬਣਨਾ ਹੈ। ਇਹ ਸਿੱਖਿਆ ਗੁਰੂ ਦੀ ਵਰਤੋਗੇ ਤੇ ਤਾਂ ਗੱਲ ਬਣਨੀ ਹੈ। ਸਾਂਭਣ ਦੇ ਲਈ ਨਹੀਂ ਹੈ, ਵਰਤਨ ਦੇ ਲਈ ਹੈ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ। ਇਹ ਗੁਣ ਵਰਤਨ ਦੇ ਲਈ ਹਨ। ਗੁਰਬਾਣੀ ਸਾਨੂੰ ਗੁਣ ਸਿਖਾਉਂਦੀ ਭਾਈ। ਸਾਨੂੰ ਸਾਡੇ ਆਪੇ ਦੀ ਸਮਝ ਆ ਜਾਂਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕਿ ਅਸੀਂ ਕਿੱਥੇ ਕੁ ਖਲੋਤੇ ਹਾਂ, ਅਸੀਂ ਕੀ ਹਾਂ, ਕੀ ਕਰਦੇ ਹਾਂ, ਕੀ ਸੋਚਦੇ ਹਾਂ, ਤੇ ਸਤਿਗੁਰੂ ਜੀ ਕੀ ਕਹਿ ਰਹੇ ਹਨ ਜਦੋਂ ਬਾਣੀ ਪੜ੍ਹਦੇ ਹਾਂ। ਸਤਿਗੁਰੂ ਜੀ ਭਾਈ ਗੁਣ ਦੱਸਦੇ ਹਨ। ਗੁਣ ਕਿ ਭਾਈ ਸਿੱਖਾਂ ਦੇ ਵਿੱਚ ਆਹ ਗੁਣ ਹੁੰਦੇ ਹਨ, ਗੁਰੂ ਦੇ ਪਿਆਰਿਆਂ ਦੇ ਵਿੱਚ ਆਹ ਗੁਣ ਹੁੰਦੇ ਹਨ, ਗੁਰੂ ਦੇ ਪਿਆਰੇ ਸੰਤ ਮਹਾਂਪੁਰਸ਼ ਉਹਨਾਂ ਦੀਆਂ ਆਹ ਨਿਸ਼ਾਨੀਆਂ ਹਨ, ਗੁਰੂ ਦੇ ਪਿਆਰੇ ਸਾਧ ਉਹਨਾਂ ਦੀਆਂ ਆਹ ਨਿਸ਼ਾਨੀਆਂ। ਕੀ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ?
ਪਤਨੀ ਦੇ ਕੀ ਫਰਜ਼ ਹਨ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪਤੀ ਦੇ ਕੀ ਫਰਜ਼ ਹਨ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਗੁਰਮੁਖੋ ਮਾਤਾ ਪਿਤਾ ਦੇ ਕੀ ਫਰਜ਼ ਹਨ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਬੱਚਿਆਂ ਦੇ ਕੀ ਫਰਜ਼ ਹਨ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਦੱਸਿਆ ਸੁਣਿਆ ਪਰ ਅਸੀਂ ਵਰਤਿਆ ਨਹੀਂ। ਸਤਿਗੁਰੂ ਜੀ ਕਹਿੰਦੇ ਵਰਤਨ ਦੇ ਲਈ ਜੇ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਕੋਈ ਵਿਰਲਾ ਹੀ ਸਾਂਝ ਪਾਉਂਦਾ, ਪਾਇਆ ਕਰੋ ਜੀ ਮੇਰੇ ਮਨ। ਜਪ ਗੁਰ ਗੋਪਾਲ ਪ੍ਰਭ ਸੋਈ। ਹੇ ਮੇਰੇ ਮਨਾ, ਮਨ ਨੂੰ ਸਮਝਾਉਣਾ ਹੈ। ਕਿਸੇ ਨੂੰ ਨਹੀਂ ਕਹਿਣਾ ਕਿ ਭਾਈ ਤੂੰ ਨਾਮ ਨਹੀਂ ਜਪਦਾ, ਤੂੰ ਬਾਣੀ ਨਹੀਂ ਪੜਦਾ। ਵੇਖ ਮੈਂ ਤੇ ਅੰਮ੍ਰਿਤ ਵੇਲੇ ਉੱਠ ਖਲੋਨਾ, ਮੇਰਾ ਤੇ 2-2.5 ਘੰਟਿਆਂ ਦਾ ਚੌਂਕੜਾ ਆ। ਜਿੰਨੀ ਬਾਣੀ ਮੈਂ ਪੜਦਾ ਕੋਈ ਨਹੀਂ। ਭਲਿਆ ਅਜੇ ਪੜਦਾ ਨਹੀਂ। ਜੇ ਪੜਦਾ ਹੁੰਦਾ ਤੇ ਮੈਂ ਤੇ ਰਹਿਣੀ ਨਹੀਂ ਸੀ। ਸਭ ਤੋਂ ਪਹਿਲਾਂ ਬਾਣੀ ਨੇ ਮੈਂ ਹੀ ਤੇ ਖਤਮ ਕਰਨੀ ਆ ਨਾ ਭਾਈ। ਸਭ ਤੋਂ ਪਹਿਲਾਂ ਨਾਮ ਨੇ ਮੈਂ ਹੀ ਮਿਟਾਉਣੀ ਆ। ਤੇ ਜੇ ਅਜੇ ਮੈਂ ਹੀ ਨਹੀਂ ਮਿਟੀ, ਜੇ ਅਜੇ ਹੀ ਮੈਂ ਕਰੀ ਜਾਣਾ ਤੇ ਨਹੀਂ ਪੜਦਾ ਭਲਿਆ, ਅਜੇ ਨਹੀਂ ਗੱਲ ਬਣੀ। ਸਭ ਤੋਂ ਪਹਿਲਾਂ ਆਪਣੀ ਮੈਂ ਹੀ ਮਿਟਣੀ ਹੈ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਆਪਣਾ ਹੰਕਾਰ ਹੀ ਸਤਿਗੁਰੂ ਜੀ ਨੇ ਖਤਮ ਕਰਨਾ ਹੈ। ਸਭ ਤੋਂ ਪਹਿਲਾਂ ਸਤ ਸੰਗਤ ਜੀ, ਕਿਉਂਕਿ ਹਉਮੈ ਹੰਕਾਰ ਲੋਭ ਇਹ ਮੈਂ ਖਤਮ ਹੋਵੇਗੀ ਤਾਂ ਹੀ ਤੂੰ ਕਰਾਂਗੇ ਨਾ। ਇਹ ਭਾਂਡਾ ਧੁੱਪੇਗਾ ਤੇ ਤਾਂ ਹੀ ਨਾਮ ਦੀ ਵਡਿਆਈ ਸਾਡੇ ਹਿਰਦੇ 'ਚ ਵਸੇਗੀ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਲਿਆ ਆਪਣੇ ਆਪ ਨੂੰ ਸਮਝਾ। ਉਹ ਮੇਰੇ ਮਨ, ਮੇਰਿਆ ਮਨਾ ਜਪ ਗੁਰ ਗੋਪਾਲ ਪ੍ਰਭ ਸੋਈ। ਸਾਰੇ ਜੇ ਆਪਣੇ ਮਨ ਨੂੰ ਕਵਾਂਗੇ ਤੇ ਰਹਿ ਕਿਹੜਾ ਜਾਵੇਗਾ। ਅਸਲ ਦੇ ਵਿੱਚ ਖੇਡ ਤਾਂ ਵਿਗੜਦੀ ਹੈ ਅਸੀਂ ਦੂਸਰੇ ਨੂੰ ਸੁਧਾਰਨ ਤੇ ਲੱਗੇ ਹੋਏ ਹਾਂ। ਆਪਣੇ ਆਪ ਨੂੰ ਕੋਈ ਨਹੀਂ ਸੁਧਾਰਦਾ, ਆਪਣੇ ਔਗਣ ਕੋਈ ਨਹੀਂ ਚਿਤਾਰਦਾ, ਦੂਸਰਿਆਂ ਦੇ ਚਿਤਾਰਦੇ ਹਾਂ। ਸਾਡੇ ਵਿੱਚ ਕੀ ਗਲਤੀਆਂ ਹਨ ਕੋਈ ਨਹੀਂ ਦੇਖਦਾ ਭਾਈ ਆਪਣੇ ਆਪ ਨੂੰ, ਆਪਾਂ ਦੂਸਰੇ ਨੂੰ ਦੇਖਦੇ ਹਾਂ। ਖੇਡ ਵਿਗੜਦੀ ਤਾਈਓ। ਹਰੇਕ ਮਨੁੱਖ, ਹਰੇਕ ਭਾਈ ਗੁਰੂ ਦਾ ਪਿਆਰਾ ਆਪਣੇ ਆਪ ਨੂੰ ਵੇਖੇ ਕਿ ਮੈਂ ਕਿੱਥੋਂ ਗਲਤ ਹਾਂ ਤੇ ਰਹਿ ਕਿਹੜਾ ਜਾਵੇਗਾ। ਗਲਤੀ ਕਿਹਦੇ 'ਚ ਰਹਿ ਜਾਏਗੀ, ਔਗਣ ਕਿਹਦੇ ਵਿੱਚ ਰਹਿ ਜਾਣਗੇ, ਕਿਸੇ ਦੇ ਵਿੱਚ ਵੀ ਨਹੀਂ। ਸਾਰੇ ਗੁਰੂ ਦੇ ਪਿਆਰੇ ਗੁਣਾਂ ਵਾਲੇ ਬਣ ਜਾਣਗੇ। ਪਰ ਆਪਾਂ ਦੂਸਰਿਆਂ ਨੂੰ ਦੇਖਦੇ ਹਾਂ, ਤੂੰ ਮਾੜਾ ਭਾਈ, ਤੂੰ ਆਹ ਕਰਦਾ ਹੈ, ਤੂੰ ਇੰਝ ਨਾ ਕਰਿਆ ਕਰ। ਆਪ ਨੇ ਕਦੀ ਸੋਚਿਆ ਕਿ ਮੈਂ ਕੀ ਕਰਦਾ ਹਾਂ। ਆਪਣੇ ਆਪ ਨੂੰ ਵੇਖਿਆ ਕਰੀਏ। ਮੇਰੇ ਮਨ ਮੇਰਿਆ ਮਨਾ ਜਪ ਗੁਰ ਗੋਪਾਲ ਪ੍ਰਭ ਸੋਈ। ਤੂੰ ਜਪ ਭਲਿਆ, ਤੂੰ ਨਾ ਕਿਸੇ ਨੂੰ ਕਹੀਂ ਕਿ ਭਾਈ ਤੂੰ ਨਹੀਂ ਜਪਦਾ, ਤੂੰ ਜਪ ਲਾ। ਤੂੰ ਆਪ ਜਪ। ਆਪ ਸਾਰੇ ਇਹ ਸੋਚੀਏ, ਸਾਰੇ ਮੇਰੇ ਮਨ ਜਪ ਕਰ ਕਿਹਦਾ ਗੁਰ ਗੋਪਾਲ ਪ੍ਰਭ ਸੋਈ। ਅਕਾਲ ਪੁਰਖ ਪ੍ਰਮਾਤਮਾ ਗੋਪਾਲ ਜੋ ਧਰਤੀ ਦਾ ਪਾਲਣਹਾਰ ਹੈ। ਪ੍ਰਭੂ ਪ੍ਰਮਾਤਮਾ ਉਹਦੀ ਸੋਭਾ 'ਚ ਜੁੜ ਜਾ। ਜਦੋਂ ਉਹਦੀ ਸੋਭਾ ਕਰੇਗਾ ਨਾ ਉਹ ਤੇਰੀ ਵੀ ਸਾਰ ਲੈਂਦਾ ਈ। ਜਦੋਂ ਉਹਨੂੰ ਯਾਦ ਕਰਦਾ ਤੈਨੂੰ ਵੀ ਯਾਦ ਕਰਦਾ ਏ। ਐਵੇਂ ਭੁਲੇਖੇ 'ਚ ਨਾ ਰਹਿ ਜਾਈ ਕਿ ਮੈਂ ਭਾਈ ਅੰਮ੍ਰਿਤ ਵੇਲੇ ਉੱਠਦਿਆਂ ਸਾਰੀ ਕਿਤੇ ਫਤਿਹ ਬੁਲਾ ਦਿੱਤੀ। ਪਤਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੁਣੀ ਕਿ ਨਹੀਂ ਸੁਣੀ। ਉਹ ਸੁਣਦਾ ਜੇ ਭਾਈ, ਉਹ ਸੁਣਦਾ ਜੇ, ਉਹ ਸੁਣਦਾ ਜੇ ਭਾਈ, ਉਹ ਸਾਰ ਲੈਂਦਾ ਜੇ। ਪ੍ਰਭ ਸੋਈ। ਭਾਈ ਦਇਆ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਅਨੰਦਪੁਰ ਸਾਹਿਬ ਇਤਿਹਾਸ 'ਚ ਆਉਂਦੀ ਘਟਨਾ। ਅਨੰਦਪੁਰ ਸਾਹਿਬ ਸਤ ਸੰਗਤ ਜੀ ਪੋਟਿਆਂ ਤੇ ਜਿੱਦਾਂ ਹਿਸਾਬ ਨਹੀਂ ਕਰੀਦਾ ਕੱਲੇ ਕੱਲੇ ਪੋਟੇ ਗਿਣ ਕੇ, ਏਦਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਪਣੇ ਪੋਟਿਆਂ ਦੇ ਉੱਤੇ ਚੋਝ ਵਰਤਾ ਰਹੇ ਸਨ। ਅਸਲ ਦੇ ਵਿੱਚ ਹੁੰਦੇ ਚੋਝ ਹੀ ਆ। ਕਿੰਨਾਂ ਦੇ ਲਈ? ਸਾਡੇ ਲਈ। ਸਾਨੂੰ ਸਮਝ ਆ ਜਾਵੇ ਕਿ ਭਲਿਓ ਐਵੇਂ ਕਿਤੇ ਸੋਚ ਨਾ ਲਿਓ। ਨਾਨਕ ਪ੍ਰਭ ਬਿਨਾਸੀ ਤਾਂ ਕਿ ਸੇਵ ਨਾ ਮਿਰਥੀ ਜਾਸੀ। ਅੰਮ੍ਰਿਤ ਵੇਲੇ ਦਾ ਉੱਠਣਾ, ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ, ਕੀਤਾ ਹੋਇਆ ਨਿਤਨੇਮ ਇਹ ਵਿਅਰਥ ਨਹੀਂ ਜੇ ਜਾਂਦਾ। ਇਹ ਲੇਖੇ 'ਚ ਲੱਗਦਾ ਜੇ, ਲੇਖੇ 'ਚ। ਸਤਿਗੁਰੂ ਜੀ ਜਾਣਦੇ ਹਨ। ਸੱਚੇ ਪਾਤਸ਼ਾਹ ਸਾਨੂੰ ਤੇ ਕਿਹਾ ਹਿਸਾਬਾਂ ਕਿਤਾਬਾਂ ਦੇ ਵਿੱਚ ਬਹੁਤਾ ਨਾ ਪਿਆ ਕਰੋ। ਆਪ ਅੰਮ੍ਰਿਤ ਵੇਲੇ ਹੀ ਪੋਟਿਆਂ ਤੇ ਹਿਸਾਬ ਸ਼ੁਰੂ ਕਰ ਦਿੱਤਾ ਜੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦਇਆ ਸਿਆ ਹਿਸਾਬ ਕਿਤਾਬ ਮਾਇਆ ਦਾ ਨਹੀਂ ਹੋ ਰਿਹਾ, ਖਜ਼ਾਨਿਆਂ ਦਾ ਨਹੀਂ ਹੋ ਰਿਹਾ। ਇਹ ਮੈਂ ਉਹਨਾਂ ਦਾ ਕਰ ਰਿਹਾ ਜਿਹੜੇ ਮੈਨੂੰ ਇਸ ਵੇਲੇ ਯਾਦ ਕਰ ਰਹੇ ਹਨ।
ਜਿਹੜੇ ਮੈਨੂੰ ਇਸ ਵੇਲੇ ਯਾਦ ਕਰ ਰਹੇ ਹਨ ਗੁਰਮੁਖੋ, ਉਹ ਵੀ ਸਾਰ ਲੈਂਦਾ ਜੇ ਉਹਨੂੰ ਯਾਦ ਕਰਿਆ ਕਰੋ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਮੇਰਿਆ ਮਨਾ ਕਿਰਪਾ ਕਰ ਉਸ ਪ੍ਰਮਾਤਮਾ ਦਾ ਜਾਪ ਕਰ, ਮੰਨ ਜਾ ਗੱਲ। ਸਤ ਸੰਗਤ ਜੀ 2 ਮਿੰਟ ਦੀ ਹਾਜ਼ਰੀ ਲਵਾਈਏ। ਸਾਰੀ ਸੰਗਤ ਆਪੋ ਆਪਣੇ ਮਨ ਨੂੰ ਕਹੀਏ, ਮਨਾ ਜਪ ਵਾਹਿਗੁਰੂ ਗੁਰ ਮੰਤਰ ਨੂੰ ਦ੍ਰਿੜ ਕਰੀਏ ਜੀ। ਵਾਹਿਗੁਰੂ 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 ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹੇ ਮੇਰਿਆ ਮਨਾ ਜਾਪ ਕਰਿਆ ਕਰ ਜਾਪ ਉਸ ਅਕਾਲ ਪੁਰਖ ਪ੍ਰਮਾਤਮਾ ਦਾ, ਉਹਦੀ ਸੋਭਾ 'ਚ ਜੁੜਿਆ ਕਰ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੜ ਦੁਖ ਨਾ ਹੋਈ। ਰਹਾਉ, ਰਹਾਉ ਦਾ ਬੰਦ ਹੈ, ਸ਼ਬਦ ਦਾ ਅੰਤਰੀਵ ਭਾਵ ਹੈ। ਜਦੋਂ ਗੁਰੂ ਦੇ ਗੁਣ ਹਿਰਦੇ 'ਚ ਵਸਾ ਲਏ, ਮੈਲ ਹੋ ਗਈ ਵਿਕਾਰਾਂ ਵਾਲੀ ਦੂਰ। ਜਦੋਂ ਨਾਮ ਜਪ ਲਿਆ, ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਗਏ, ਸੱਚੇ ਪਾਤਸ਼ਾਹ ਕੀ ਦਓਗੇ, ਕੀ ਦਓਗੇ ਸਾਨੂੰ? ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਲਿਓ ਜਾ ਕੀ ਸ਼ਰਨ ਪਿਆ, ਜੋ ਲੋਚਦੇ ਜੇ ਨਾ ਉਹੀ ਮਿਲ ਜਾਵੇਗਾ। ਜੋ ਲੋਚਦੇ ਹਾਂ ਭਾਈ। ਗੁਰਮੁਖੋ ਜਿੰਨੇ ਵੀ ਧਰਮ ਹਨ, ਸਾਰੇ ਆਪੋ ਆਪਣੇ ਢੰਗ ਦੇ ਨਾਲ ਜੁੜਦੇ ਹਨ। ਕਾਹਦੇ ਲਈ ਜੁੜਦੇ ਹਨ ਭਾਈ? ਸੁੱਖ ਦੇ ਲਈ। ਸਾਨੂੰ ਸੁੱਖ ਮਿਲ ਜਾਵੇ। ਸਤਿਗੁਰੂ ਜੀ ਕਹਿੰਦੇ, ਇੱਕ ਤੇ ਦੁਨਿਆਵੀ ਸੁੱਖ ਅੱਜ ਹੈ ਕੱਲ ਨਹੀਂ ਹੋਵੇਗਾ, ਇੱਕ ਜੇ ਸਦੀਵੀ ਸੁੱਖ। ਸਦੀਵੀ ਸੁੱਖ ਦੋ ਔਂਕੜ ਹਨ। ਭਲਿਆ ਜਦੋਂ ਸ਼ਰਨ ਪੈ ਜਾਏਗਾ ਗੁਰੂ ਦੀ, ਜਦੋਂ ਨਾਮ ਜਪ ਲਵੇਂਗਾ, ਸੁੱਖ ਪਾਈਐ ਬਹੁੜ ਦੁੱਖ ਨਾ ਹੋਈ, ਉਹ ਨਹੀਂ ਜੇ ਜਾਂਦਾ।
ਉਹ ਅਵਸਥਾ ਦੂਰ ਨਹੀਂ ਜੇ ਹੁੰਦੀ, ਉਹ ਸਹਿਜ ਅਵਸਥਾ ਨਹੀਂ ਜੇ ਮਿਟਦੀ ਜਿਨੇ ਨਾਮ ਜਪ ਕੇ ਪ੍ਰਾਪਤ ਕੀਤੀ ਹੈ, ਜਿਨੇ ਬੰਦਗੀ ਕਰਕੇ ਭਗਤੀ ਕਰਕੇ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਤੇ ਜਿਨੇ ਸਤਾ ਦੇ ਜ਼ੋਰ ਦੇ ਨਾਲ, ਜਿਨੇ ਸਤਾ ਦੇ ਜ਼ੋਰ ਦੇ ਨਾਲ ਮਾਇਆ ਦੇ ਨਾਲ ਪਦਵੀ ਲਈ ਆ ਨਾ, ਉਹਦੀ ਗੱਲ ਨਹੀਂ ਜੀ ਹੁੰਦੀ। ਇੱਥੇ ਰੰਗਿਆਂ ਹੋਇਆਂ ਦੀ ਗੱਲ ਹੈ। ਜਿਨੇ ਮਾਇਆ ਦੇ ਨਾਲ ਪਦਵੀ ਲੈ ਲਈ, ਕੋਈ ਅਹੁਦਾ ਲੈ ਲਿਆ, ਕੋਈ ਜਥੇਦਾਰੀ ਲੈ ਲਈ, ਕੱਲ ਨੂੰ ਉਹਦੇ ਕੋਲ ਖੁਸ਼ ਵੀ ਸਕਦੀ ਤੇ ਦੁੱਖ ਤੇ ਫਿਰ ਮਿਲ ਜਾਣਾ ਨਾ, ਦੁਖੀ ਤੇ ਉਹਨੇ ਫਿਰ ਹੋ ਜਾਣਾ। ਪਰ ਗੁਰਮੁਖੋ ਜਿਹਦੀ ਅਵਸਥਾ ਬਣ ਜਾਂਦੀ ਅੰਦਰੋਂ, ਜਿਨੇ ਨਾਮ ਜਪ ਕੇ ਲਈ ਪਦਵੀ, ਜਿਨੇ ਸਿਮਰਨ ਕਰਕੇ ਪਦਵੀ ਲਈ, ਉਹਨੂੰ ਦੁੱਖ ਆਉਂਦਾ ਹੀ ਨਹੀਂ, ਬਹੁਤ ਦੁੱਖ ਨਾ ਹੋਈ, ਉਹਨੂੰ ਦੁੱਖ ਆਉਂਦਾ ਹੀ ਨਹੀਂ, ਉਹ ਦੁਖੀ ਹੁੰਦਾ ਹੀ ਨਹੀਂ। ਉਹ ਤੇ ਦੁੱਖ 'ਚ ਵੀ ਸੁੱਖ ਮਨਾਉਂਦਾ ਹੈ, ਉਹ ਤੇ ਦੁੱਖ 'ਚ ਵੀ ਸੁੱਖ ਮਨਾਉਂਦਾ ਹੈ, ਉਹ ਤੇ ਦੁੱਖ ਦੇ ਵਿੱਚ ਵੀ ਸਤ ਸੰਗਤ ਜੀ ਅੰਦਰੋਂ ਸੁਖੀ ਹੁੰਦਾ ਹੈ, ਸੁਖੀ। ਕਿਉਂ? ਕਿਉਂਕਿ ਗੁਰੂ ਦੀ ਸ਼ਰਨ ਪੈ ਗਿਆ ਹੈ, ਨਾਮ ਜਪ ਲਿਆ ਹੈ, ਨਾਮ ਹਿਰਦੇ 'ਚ ਵਸਾ ਲਿਆ ਹੈ ਜੀ। ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ ਵੱਡ ਭਾਗੀ, ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਦੇ ਸਦਕਾ ਗੁਰੂ ਦੀ ਸੰਗਤ ਮਿਲਦੀ ਜੇ, ਵੱਡੇ ਭਾਗਾਂ ਦੇ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਹੁੰਦੇ ਹਨ। ਵੱਡੇ ਭਾਗਾਂ ਦੇ ਸਦਕਾ ਗੁਰੂ ਦਾ ਪਿਆਰਾ ਕੋਈ ਮਿਲਦਾ ਜਿਹੜਾ ਰੰਗਿਆ ਹੋਇਆ ਹੈ। ਸਾਧ ਸੰਗ ਪ੍ਰਾਪਤ, ਉਹਦਾ ਸੰਗ ਮਿਲਦਾ ਹੈ। ਤੇ ਫਿਰ ਉਹਦਾ ਲਾਭ ਕੀ ਹੁੰਦਾ ਹੈ, ਪ੍ਰਾਪਤੀ ਕੀ ਹੁੰਦੀ ਸਾਨੂੰ? ਸਤਿਗੁਰੂ ਜੀ ਕਹਿੰਦੇ ਤਿਨ ਭੇਟਤ ਦੁਰਮਤ ਖੋਈ। ਭੈੜੀ ਮੱਤ ਦੂਰ ਹੋ ਜਾਂਦੀ ਹੈ, ਭੈੜੀ ਮੱਤ, ਮੈਲੀ ਮੱਤ, ਵਿਕਾਰਾਂ ਵਾਲੀ ਮੱਤ, ਇਹ ਦੂਰ ਹੋ ਜਾਂਦੀ, ਗਵਾ ਜਾਂਦੀ ਹੈ ਜੀ। ਤਿੰਨ ਕੀ ਧੂਰ ਨਾਨਕ ਦਾਸ ਬਾਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਫਿਰ ਸਿਖਾਉਂਦੇ, ਭਲਿਓ ਫਿਰ ਮੰਗ ਵੀ ਕਰਿਆ ਕਰੋ ਸੱਚੇ ਪਾਤਸ਼ਾਹ, ਇੰਨਾ ਲਾਭ ਹੈ ਰੰਗੇ ਹੋਇਆਂ ਦਾ ਸੰਗ ਕਰਨ ਦਾ, ਇੰਨਾ ਲਾਭ ਹੈ ਗੁਰੂ ਦੀ ਸੰਗਤ ਦਾ, ਇੰਨਾ ਲਾਭ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਦਾ। ਤੇ ਸੱਚੇ ਪਾਤਸ਼ਾਹ ਸਾਨੂੰ ਕਿਉਂ ਵਾਂਝੇ ਰੱਖਿਆ ਈ? ਸਾਨੂੰ ਵੀ ਅੰਮ੍ਰਿਤ ਵੇਲੇ ਉਠਾ ਲਿਆ ਕਰ, ਸਾਨੂੰ ਵੀ ਜਾਗ ਆ ਜਾਵੇ ਅੰਮ੍ਰਿਤ ਵੇਲੇ, ਅਸੀਂ ਵੀ ਹਾਜ਼ਰੀ ਭਰਿਆ ਕਰੀਏ ਗੁਰੂ ਘਰ, ਅਸੀਂ ਕਿਤੇ ਸੁੱਤੇ ਹੀ ਨਾ ਰਹਿ ਜਾਈਏ। ਇੱਕ ਦਿਨ ਸੌਵਣ ਹੋਏਗੋ ਲਾਂਬੇ ਗੌਣ ਪਸਾਰ, ਇੱਕ ਦਿਨ ਤੇ ਸੌਂ ਹੀ ਜਾਣਾ, ਫਿਰ ਥੋੜੀ ਕਿਸੇ ਨੇ ਠਾਉਣਾ, ਫਿਰ ਤੇ ਸਾਨੂੰ ਆਵਾਜ਼ ਵੀ ਨਹੀਂ ਸੁਣਨੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹੁਣ ਤੇ ਸੁਣਦੇ ਹੋਏ ਵੀ ਅਣਸੁਣੀ ਕਰ ਦਿੰਦੇ ਆ ਨਾ, ਫਿਰ ਥੋੜੀ ਸੁਣਨੀ ਭਾਈ। ਇੱਕ ਦਿਨ ਤੇ ਸੌਂ ਹੀ ਜਾਣਾ, ਭਲਿਓ ਕਰ ਲਿਆ ਕਰੋ ਉਦਮ, ਆ ਜਾ ਕਰੋ ਗੁਰੂ ਘਰ। ਲਾਭ ਬੜਾ ਜੇ, ਲਾਭ, ਲਾਭ ਸਾਨੂੰ ਬਾਣੀ ਦੱਸਦੀ ਹੈ, ਲਾਭ ਸਾਨੂੰ ਸੰਗਤ ਦੇ ਵਿੱਚੋਂ ਪਤਾ ਲੱਗੇਗਾ। ਸਤਿਗੁਰੂ ਜੀ ਕਹਿੰਦੇ ਫਿਰ ਮੰਗ ਕਰਿਆ ਕਰੋ, ਤਿਨ ਕੀ ਧੂਰ ਨਾਨਕ ਦਾਸ ਬਾਸ਼ੈ। ਉਹਨਾਂ ਦੇ ਚਰਨਾਂ ਦੀ ਧੂੜ ਤੇ ਅਸੀਂ ਵੀ ਮੰਗਦੇ। ਨਿਮਰਤਾ ਹੈ, ਇਹ ਨਿਮਰਤਾ ਹੈ ਉਸ ਰੱਬ ਦੀ, ਇਹ ਨਿਮਰਤਾ ਹੈ ਅਕਾਲ ਪੁਰਖ ਦੀ। ਤਿਨ ਕੀ ਧੂਰ ਨਾਨਕ ਦਾਸ ਬਾਸ਼ੈ, ਜਿਨ ਹਰ ਨਾਮ ਹਿਰਦੇ ਪਰੋਈ। ਜਿਨ੍ਹਾਂ ਨੇ ਨਾਮ ਹਿਰਦੇ 'ਚ ਵਸਾ ਲਿਆ, ਉਹਨਾਂ ਦੇ ਚਰਨਾਂ ਦੀ ਧੂੜ ਤੇ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵੀ ਲੋਚਦੇ ਹਾਂ। ਤੇ ਸਾਨੂੰ ਮੰਗਣ ਲੱਗਿਆ ਕੀ ਹੁੰਦਾ ਭਾਈ? ਦਿਲੋਂ ਕਿਆ ਕਰੋ ਸੇ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੱਚੇ ਪਾਤਸ਼ਾਹ ਕਰ ਕਿਰਪਾ, ਅੰਤਰਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ। ਸੰਤਨ ਕੀ ਧੂਰੇ। ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ। ਸਤਿਗੁਰੂ ਜੀ ਕਰੋ ਕਿਰਪਾ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਦ ਦੇ ਰਾਖੇ ਆਪ ਵਾਹਿਗੁਰੂ। ਤਾਂ ਜੋ ਆਪ ਜੀ ਦੇ ਸ਼ਬਦ ਨੂੰ ਸਮਝ ਕਰਕੇ ਸੇਵਾ ਕਰ ਸਕੀਏ ਜੀ। ਵੱਡ ਭਾਗੀ ਸਾਧ ਸੰਗ ਪ੍ਰਾਪਤ,
ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।